ਸ਼ੇਖ ਸ਼ਾਦੀ ਜੀ ਦਾ ਕਥਨ ਹੈ, ਉਹ ਕਹਿੰਦੇ ਕਿ 3 ਚੀਜ਼ਾਂ ਤੇ ਤੁਹਾਡੀ ਬੜੀ ਹੀ ਪੈਨੀ ਨਜ਼ਰ ਹੋਣੀ ਚਾਹੀਦੀ ਹੈ। ਤੁਹਾਡਾ ਪੂਰਾ ਧਿਆਨ ਉਹਨਾਂ 3 ਚੀਜ਼ਾਂ ਵੱਲ ਹੋਣਾ ਚਾਹੀਦਾ ਹੈ। ਪਹਿਲਾ, ਤੁਸੀਂ ਬੋਲਦੇ ਕੀ ਹੋ। ਦੂਜਾ, ਤੁਸੀਂ ਕਰਦੇ ਕੀ ਹੋ। ਤੀਜਾ, ਤੁਸੀਂ ਸੋਚਦੇ ਕੀ ਹੋ। ਹੁਣ ਜਿਹੜੀਆਂ ਪਹਿਲੀਆਂ 2 ਚੀਜ਼ਾਂ ਨੇ, ਇਹਨਾਂ ਵੱਲ ਤੇ ਅਸੀਂ ਥੋੜਾ ਬਹੁਤਾ ਧਿਆਨ ਦਿੰਦੇ ਹਾਂ, ਬਹੁਤਾ ਨਹੀਂ ਦਿੰਦੇ। ਹਾਂ, ਥੋੜਾ ਬਹੁਤਾ ਸਾਡਾ ਧਿਆਨ ਹੁੰਦਾ ਹੈ, ਅਸੀਂ ਕੀ ਬੋਲਦੇ ਹਾਂ, ਅਸੀਂ ਕੀ ਕਰਦੇ ਹਾਂ। ਪਰ ਜਿਹੜੀ ਤੀਜੀ ਚੀਜ਼ ਹੈ ਨਾ, ਉਸ ਨੂੰ ਤੇ ਅਸੀਂ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਉਹਦੇ ਵੱਲ ਸਾਡਾ ਰੱਤੀ ਮਾਤਰ ਵੀ ਧਿਆਨ ਨਹੀਂ ਹੈ। ਔਰ ਇਹਨਾਂ ਤਿੰਨਾਂ ਚੋਂ ਮੁੱਖ ਇਹੀ ਹੈ ਕਿ ਤੁਸੀਂ ਸੋਚਦੇ ਕੀ ਹੋ। ਸਾਰਾ ਦਿਨ ਤੁਹਾਡੇ ਅੰਦਰ ਚਿੰਤਨ ਕੀ ਚੱਲਦਾ ਹੈ, ਸਾਰਾ ਦਿਨ ਤੁਹਾਡੇ ਅੰਦਰ ਮਨਨ ਕੀ ਚੱਲਦਾ ਹੈ, ਕਿਹੜੀ ਸੋਚ ਹੈ ਜੋ ਸਾਰਾ ਦਿਨ ਤੁਹਾਡੇ ਜ਼ਿਹਨ ਦੇ ਅੰਦਰ ਚੱਲਦੀ ਰਹਿੰਦੀ ਹੈ। ਸ਼ਾਇਦ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਤੁਹਾਡਾ ਸੋਚਣਾ ਤੁਹਾਡੇ ਨਾਲ ਕੀ ਕੀ ਕਰ ਸਕਦਾ ਹੈ, ਤੁਹਾਡੇ ਜੀਵਨ ਤੇ ਉਹਦਾ ਕਿੰਨਾ ਪ੍ਰਭਾਵ ਹੈ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਤੁਹਾਡਾ ਸੋਚਣਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ, ਔਰ ਤੁਹਾਡਾ ਸੋਚਣਾ ਹੀ ਤੁਹਾਡੀ ਪੂਰੀ ਜ਼ਿੰਦਗੀ ਨੂੰ ਆਬਾਦ ਵੀ ਕਰ ਸਕਦਾ ਹੈ। ਸੋਚਣਾ, ਤੁਹਾਡਾ ਚਿੰਤਨ, ਤੁਹਾਡਾ ਮਨਨ ਤੁਹਾਨੂੰ ਪ੍ਰਕਾਸ਼ ਵੱਲ ਲੈ ਕੇ ਜਾ ਸਕਦਾ ਹੈ, ਔਰ ਤੁਹਾਡਾ ਸੋਚਣਾ ਹੀ ਜਿਹੜਾ ਹੈ ਉਹ ਤੁਹਾਨੂੰ ਅੰਧਕਾਰ ਵੱਲ ਲੈ ਕੇ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਯੂ.ਜੀ. ਕ੍ਰਿਸ਼ਨ ਮੂਰਤੀ ਨੇ ਗੱਲ ਕਹੀ ਸੀ। ਉਹਨਾਂ ਦੀ ਕਿਤਾਬ ਹੈ, ਕਿਤਾਬ ਦਾ ਮੁੱਖ ਟਾਈਟਲ ਹੀ ਇਹ ਹੈ ਕਿ ਦਿਮਾਗ ਹੀ ਦੁਸ਼ਮਣ ਹੈ। ਵਿਚਾਰਵਾਨ ਸੱਜਣ ਕਹਿੰਦੇ ਕਿ ਜੋ ਤੁਸੀਂ ਸੋਚਦੇ ਹੋ ਨਾ, ਤੁਸੀਂ ਵੈਸੇ ਹੀ ਬਣ ਜਾਂਦੇ ਹੋ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜੋ ਤੁਸੀਂ ਦਿਲ ਤੇ ਦਿਮਾਗ ਤੋਂ ਸੋਚਦੇ ਹੋ, ਤੁਸੀਂ ਉਹੀ ਹੋ। ਇਸੇ ਕਰਕੇ ਮਹਾਰਾਜ ਕਹਿੰਦੇ, ਜੈਸਾ ਇਹ ਮਨ ਜੈਸਾ ਸਿਮਰੈ ਤੈਸੋ ਹੋਵੈ ਤੇਹੇ ਕਰਮ ਕਮਾਏ। ਮਹਾਰਾਜ ਕਹਿੰਦੇ, ਜਿਵੇਂ ਤੂੰ ਸਿਮਰਦਾ ਹੈ, ਭਾਵ ਜੋ ਤੇਰੇ ਅੰਦਰ ਚਿੰਤਨ ਚੱਲਦਾ ਹੈ, ਜਿਹਦਾ ਤੂੰ ਸਿਮਰਨ ਕਰਦਾ ਹੈ, ਜੋ ਤੇਰੇ ਅੰਦਰ ਸਾਰਾ ਦਿਨ ਸੋਚਣੀ ਚੱਲਦੀ ਹੈ, ਤੂੰ ਵੈਸਾ ਹੀ ਬਣ ਜਾਣਾ ਹੈ, ਔਰ ਵੈਸੇ ਹੀ ਤੂੰ ਕਰਮ ਕਮਾਣੇ ਨੇ। ਇੱਕ ਕਿਤਾਬ ਹੈ, ਦੁਨੀਆ ਦੇ ਅੰਦਰ ਬਹੁਤ ਪੜ੍ਹੀ ਗਈ ਹੈ, ਕਈ ਭਾਸ਼ਾਵਾਂ 'ਚ ਉਹਦਾ ਉਲੱਥਾ ਕੀਤਾ ਗਿਆ। ਉਸ ਕਿਤਾਬ ਦਾ ਨਾਮ ਹੈ ਦ ਸੀਕ੍ਰੇਟ। ਔਰ ਉਹ ਸਾਰੀ ਕਿਤਾਬ ਜਿਹੜੀ ਹੈ ਉਹਦੇ ਅੰਦਰ ਚਿੰਤਨ ਤੇ ਤੁਹਾਡੀ ਸੋਚ ਤੇ ਬਹੁਤ ਜ਼ਿਆਦਾ ਕੰਮ ਕੀਤਾ ਗਿਆ। ਉਸ ਕਿਤਾਬ ਦਾ ਪਹਿਲਾ ਪੰਨਾ ਜਦੋਂ ਤੁਸੀਂ ਪਲਟਦੇ ਹੋ ਤੇ ਉਸ ਕਿਤਾਬ ਦੇ ਪਹਿਲੇ ਪੰਨੇ ਤੇ 2 ਗੱਲਾਂ ਲਿਖੀਆਂ ਹੋਈਆਂ ਨੇ, ਔਰ ਉਹ 2 ਗੱਲਾਂ ਜਿਹੜੀਆਂ ਨੇ ਨਾ, ਉਹ ਉਸ ਕਿਤਾਬ, ਪੂਰੀ ਕਿਤਾਬ ਦਾ ਤੱਤ ਨੇ, ਸਾਰ ਨੇ। ਆਪਾਂ ਇਸ ਤਰ੍ਹਾਂ ਕਹਿ ਲਈਏ, ਪੂਰੀ ਦੀ ਪੂਰੀ ਕਿਤਾਬ ਜਿਹੜੀ ਹੈ ਨਾ, ਉਹਨਾਂ 2 ਗੱਲਾਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ। 2 ਗੱਲਾਂ ਕਿਹੜੀਆਂ ਨੇ? ਪਹਿਲੀ ਗੱਲ, ਜੈਸਾ ਉੱਪਰ ਵੈਸਾ ਨੀਚੇ। ਦੂਜੀ ਗੱਲ, ਜੈਸਾ ਭੀਤਰ ਵੈਸਾ ਬਾਹਰ। ਜੈਸਾ ਭੀਤਰ ਵੈਸਾ ਬਾਹਰ, ਭਾਵ ਜੋ ਤੁਹਾਡੇ ਅੰਦਰ ਚੱਲਦਾ ਹੈ ਉਹੀ ਬਾਹਰ ਪ੍ਰਗਟ ਹੋਣਾ ਸ਼ੁਰੂ ਹੋ ਜਾਣਾ ਹੈ। ਜੈਸਾ ਤੁਹਾਡਾ ਚਿੰਤਨ ਹੈ ਨਾ, ਵੈਸੇ ਤੁਸੀਂ ਬਣ ਜਾਣਾ ਹੈ। ਇੱਕ ਕਿਤਾਬ ਹੋਰ ਹੈ ਜੀਨ ਸੇਲਨ ਦੀ, ਐਜ ਯੂ ਥਿੰਕ, ਜੈਸਾ ਤੁਸੀਂ ਸੋਚਦੇ ਹੋ। ਔਰ ਇਹ ਪੂਰੀ ਦੀ ਪੂਰੀ ਕਿਤਾਬ ਦੇ ਅੰਦਰ ਇਸੇ ਚੀਜ਼ ਨੂੰ ਮੁੱਖ ਰੱਖ ਕੇ ਇਸ ਕਿਤਾਬ ਨੂੰ ਲਿਖਿਆ ਗਿਆ ਹੈ ਕਿ ਤੁਸੀਂ ਸੋਚਦੇ ਕੀ ਹੋ, ਕਿਉਂਕਿ ਜੋ ਤੁਸੀਂ ਸੋਚਣਾ ਹੈ ਉਹ ਤੁਸੀਂ ਬਣ ਜਾਣਾ ਹੈ। ਪਰ ਅਫਸੋਸ ਇਹ ਹੈ ਕਿ ਅਸੀਂ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ। ਅਸਲ ਮਾਇਨਿਆਂ ਦੇ ਅੰਦਰ ਸਾਡਾ ਧਿਆਨ ਤੇ ਧਿਆਨ ਹੋਣਾ ਚਾਹੀਦਾ ਹੈ, ਧਿਆਨ ਤੇ ਵੀ ਧਿਆਨ ਰੱਖਣਾ ਪੈਂਦਾ ਹੈ। ਲਾਅ ਆਫ ਅਟਰੈਕਸ਼ਨ ਦੇ ਬਾਰੇ ਤੁਸੀਂ ਜ਼ਰੂਰ ਪੜ੍ਹਿਆ ਹੋਣਾ। ਲਾਅ ਆਫ ਅਟਰੈਕਸ਼ਨ ਦਾ ਨਿਯਮ ਜਿਹੜਾ ਇਸ ਢੰਗ ਨਾਲ ਕੰਮ ਕਰਦਾ ਹੈ ਕਿ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਨਾਲ ਦੀਆਂ ਚੀਜ਼ਾਂ ਨੂੰ ਖਿੱਚਦੀਆਂ ਨੇ। ਜੈਸੇ ਤੁਸੀਂ ਕੋਈ ਵੀ ਵਿਚਾਰ ਸੋਚਦੇ ਹੋ, ਉਹ ਵਿਚਾਰ ਆਪਣੇ ਨਾਲ ਦੇ ਵਿਚਾਰਾਂ ਨੂੰ ਖਿੱਚੇਗਾ। ਕੋਈ ਵੀ ਵਿਚਾਰ ਤੁਹਾਡੇ ਮਨ ਦੇ ਅੰਦਰ ਆਉਂਦਾ ਹੈ, ਉਹ ਇਕੱਲਾ ਨਹੀਂ ਆਏਗਾ, ਉਹ ਆਪਣੇ ਨਾਲ ਦੇ ਸੈਂਕੜੇ ਵਿਚਾਰਾਂ ਨੂੰ ਆਪਣੇ ਨਾਲ ਲੈ ਕੇ ਆਏਗਾ। ਵਿਚਾਰਾਂ ਦੀ ਪੂਰੀ ਫੌਜ ਆਏਗੀ। ਉਹ ਤੁਸੀਂ ਚੰਗਾ ਸੋਚਦੇ ਹੋ ਤਦ ਵੀ ਆਏਗੀ, ਉਹ ਤੁਸੀਂ ਬੁਰਾ ਸੋਚਦੇ ਹੋ ਤਦ ਵੀ ਆਏਗੀ, ਤੁਸੀਂ ਨੈਗੇਟਿਵ ਸੋਚਦੇ ਹੋ ਤਦ ਵੀ, ਪੋਜ਼ਿਟਿਵ ਸੋਚਦੇ ਹੋ ਤਦ ਵੀ।
ਜੋ ਵੀ ਵਿਚਾਰ ਤੁਹਾਡੇ ਮਨ 'ਚ ਆ ਗਿਆ ਉਹ ਇਕੱਲਾ ਨਹੀਂ ਰਹੇਗਾ, ਉਹ ਆਪਣੇ ਤਰ੍ਹਾਂ ਦੇ ਵਿਚਾਰਾਂ ਨੂੰ ਖਿੱਚਣਾ ਸ਼ੁਰੂ ਕਰ ਦੇਗਾ। ਇਹ ਹੈ ਲਾਅ ਆਫ ਅਟਰੈਕਸ਼ਨ। ਇਹ ਬਿਲਕੁਲ ਵੈਸੇ ਹੀ ਕੰਮ ਕਰਦਾ ਜੈਸੇ ਲਾਅ ਆਫ ਗ੍ਰੈਵਿਟੀ ਕੰਮ ਕਰਦਾ। ਚੀਜ਼ਾਂ ਪ੍ਰਿਥਵੀ ਖਿੱਚਦੀ ਹੈ ਸਾਨੂੰ, ਅਗਰ ਉਹ ਛੱਡਦਾ ਹੈ ਤੇ ਅਸੀਂ ਸਪੇਸ ਦੇ ਅੰਦਰ ਗੁੰਮ ਹੋ ਜਾਈਏ। ਇਸੇ ਤਰ੍ਹਾਂ ਹਰੇਕ ਚੀਜ਼ ਹਰੇਕ ਦੂਜੀ ਚੀਜ਼ ਨੂੰ ਖਿੱਚਦੀ ਹੈ। ਹਰੇਕ ਵਿਚਾਰ ਹਰੇਕ ਦੂਜੇ ਵਿਚਾਰ ਨੂੰ ਆਪਣੇ ਨਾਲ ਦੇ ਰਲਦੇ ਮਿਲਦੇ ਵਿਚਾਰਾਂ ਨੂੰ ਖਿੱਚਦਾ ਹੈ। ਇਸੇ ਕਰਕੇ ਤੁਸੀਂ ਜਦੋਂ ਉਦਾਸ ਹੁੰਦੇ ਹੋ ਤਾਂ ਉਹ ਜਿਹੜੇ ਵਿਚਾਰ, ਤੁਸੀਂ ਇੱਕ ਵਿਚਾਰ ਨਾਲ ਉਦਾਸ ਹੋਏ ਪਰ ਉਹ ਇੱਕ ਛੁੱਟਿਆ ਨਹੀਂ, ਉਹਦੇ ਨਾਲ ਫਿਰ ਹੌਲੀ ਹੌਲੀ ਸੈਂਕੜੇ ਵਿਚਾਰ ਤੁਹਾਡੇ ਜੇਨ 'ਚ ਆਉਣੇ ਸ਼ੁਰੂ ਹੋ ਗਏ। ਕਬੀਰ ਸਾਹਿਬ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਭਾਵ ਥੋੜਾ ਧਿਆਨ ਦੇ ਆਪਣੇ ਚਿੰਤਨ ਤੇ, ਆਪਣੀ ਸੋਚਣੀ ਤੇ। ਸਾਰਾ ਦਿਨ ਤੇਰੇ ਅੰਦਰ ਕੀ ਚੱਲਦਾ ਹੈ, ਕਿਹਦਾ ਮਨਨ ਚੱਲਦਾ ਹੈ, ਕੀ ਸੋਚਦੇ ਰਹਿੰਦੇ ਆ ਸਾਰਾ ਦਿਨ ਆਪਾਂ। ਔਰ ਜਦੋਂ ਤੁਸੀਂ ਇਸ ਚੀਜ਼ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਜੀਵਨ 'ਚ ਉਹ ਸੁਧਾਰ ਹੋਣਗੇ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਤੁਹਾਡੇ ਜੀਵਨ 'ਚ ਉਹ ਚਮਤਕਾਰ ਹੋਣਗੇ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਔਰ ਦੁਨੀਆ ਦੇ ਅੰਦਰ ਜਿੰਨੇ ਵੀ ਚਮਤਕਾਰ ਹੋਏ ਨੇ ਉਹਨਾਂ ਲੋਕਾਂ ਨੇ ਕੀਤੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਸੋਚਦੇ ਕੀ ਨੇ। ਦੇਖੋ, ਅਸੀਂ ਖਾਣਾ ਖਾਂਦੇ ਆ ਨਾ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੌਸ਼ਟਿਕ ਆਹਾਰ ਕਰੀਏ, ਚੰਗਾ ਖਾਈਏ, ਮਾੜਾ ਨਾ ਖਾਈਏ, ਧਿਆਨ ਨਾਲ ਖਾਂਦੇ ਆ ਨਾ। ਕਈ ਵਾਰ ਆਪਾਂ ਜਦੋਂ ਪ੍ਰਸ਼ਾਦਾ ਛਕਦੇ ਹੁੰਦੇ ਆ ਤੇ ਛਕਦਿਆਂ ਕੀ ਹੁੰਦਾ ਹੈ, ਸਬਜ਼ੀ 'ਚ ਜਾਂ ਦਾਲ ਵਗੈਰਾ 'ਚ ਕੀ ਹੁੰਦਾ, ਕਈ ਵਾਰੀ ਕੋਈ ਪੱਥਰ ਆ ਜਾਂਦਾ ਹੈ, ਜੈਸੇ ਉਹ ਸਾਡੇ ਹਾਣੋਂ ਥੱਲੇ ਦੰਦਾਂ ਹੇਠਾਂ ਆਉਂਦਾ ਹੈ, ਆਪਾਂ ਉਸੇ ਵਕਤ ਰੁਕ ਜਾਂਦੇ ਆ ਤੇ ਉਹਨੂੰ ਚੱਕ ਕੇ ਬਾਹਰ ਸੁੱਟ ਦਿੰਦੇ ਆ। ਐਸਾ ਵੀ ਹੈ ਕੋਈ ਜਿਹੜਾ ਉਸ ਨੂੰ ਅੰਦਰ ਹੀ ਨਿਕਲ ਜਾਂਦਾ ਵੀ ਚਲੋ ਕੋਈ ਨਹੀਂ, ਜੋ ਆਉਂਦਾ ਚੱਲਣ ਦਿਓ। ਅਸੀਂ ਇਸ ਚੀਜ਼ ਵੱਲ ਤੇ ਧਿਆਨ ਦਿੱਤਾ, ਪਰ ਕਦੇ ਅਸੀਂ ਇਹ ਧਿਆਨ ਨਹੀਂ ਦਿੰਦੇ ਵੀ ਸਾਡੇ ਦਿਮਾਗ 'ਚ ਸਾਰਾ ਦਿਨ ਕੀ ਚੱਲਦਾ ਹੈ, ਸਾਡੇ ਅੰਦਰ ਚਿੰਤਨ ਕੀ ਚੱਲਦਾ ਹੈ। ਮਾੜੇ ਵਿਚਾਰ ਆਏ, ਅਸੀਂ ਚੱਲਣ ਦਿੱਤੇ, ਜੋ ਆਉਂਦਾ ਚੱਲਣ ਦਿਓ, ਸਗੋਂ ਰਸ ਲੈਣਾ ਸ਼ੁਰੂ ਕਰ ਦਿੱਤਾ। ਪਰ ਸਾਨੂੰ ਪਤਾ ਨਹੀਂ ਜਿਹੜਾ ਹੁਣ ਥੋੜਾ ਜਿਹਾ ਅਸੀਂ ਰਸ ਲੈ ਰਹੇ ਹਾਂ ਨਾ, ਉਹ ਆਉਣ ਵਾਲੇ ਸਾਡੇ ਜੀਵਨ ਨੂੰ ਕਿਸ ਕਦਰ ਬਰਬਾਦ ਕਰ ਸਕਦਾ ਹੈ। ਅਸੀਂ ਸੋਚਿਆ ਨਹੀਂ ਕਦੀ। ਤੋ ਸੋਚਣ ਤੇ ਧਿਆਨ ਦਿਓ, ਚਿੰਤਨ ਤੇ ਧਿਆਨ ਦਿਓ ਕਿ ਤੁਸੀਂ ਸੋਚਦੇ ਕੀ ਹੋ। ਜੀਵਨ ਨੂੰ ਸਵਰਗ ਬਣਾਉਣਾ ਹੈ, ਜੀਵਨ ਨੂੰ ਆਬਾਦ ਕਰਨਾ ਹੈ, ਵਿਕਾਸ ਵਿੱਚ ਰੱਖਣਾ ਹੈ, ਖੇੜੇ 'ਚ ਰੱਖਣਾ ਹੈ, ਸਫਲ ਹੋਣਾ ਹੈ। ਉਹ ਸੰਸਾਰੀ ਸਫਲਤਾ ਦੀ ਗੱਲ ਕਰੀਏ, ਨਿਰੰਕਾਰੀ ਸਫਲਤਾ ਦੀ ਗੱਲ ਕਰੀਏ, ਤਾਂ ਤੁਹਾਨੂੰ ਆਪਣੇ ਤੇ ਨਜ਼ਰ ਰੱਖਣੀ ਪਏਗੀ, ਆਪਣੇ ਧਿਆਨ ਤੇ ਧਿਆਨ ਰੱਖਣਾ ਪਏਗਾ। ਦੂਜਿਆਂ ਵੱਲੋਂ ਧਿਆਨ ਹਟਾਈਏ ਔਰ ਆਪਣੇ ਤੇ ਧਿਆਨ ਲੈ ਕੇ ਆਈਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਮਨ ਜੈਸਾ ਸੇਮੈ ਤੈਸੋ ਹੂਮੈ, ਤੇ ਹੀ ਕਰਮ ਕਮਾਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।